जुगाद गुरे नमः जुगाद गुरे नमः सतगुरे नमः श्री गुरुदेव नमः सुखी बसै मस्कीनियाँ सुखी बसै मस्कीनियाँ आप निवार तले बड़े बड़े अहंकारियाँ बड़े बड़े अहंकारियाँ नानक गर्भ गले सुखी बसै मस्कीनियाँ सुखी बसै मस्कीनियाँ नरक पाती होवत सवान जो जन मैं जोगन बंद सोबत विष्टा का जंत आप उसको कर्मवंत कहावे आप उसको कर्मवंत कहावे जन्म मरै बहु जोन फरमावे धन भूम का जो करे गुमान सो मूर्ख अंधा ज्ञान कर कृपा जिसके हृदय गरीबी बसावे कर कृपा जिसके हृदय गरीबी बसावे
ਨਾਨਕੀਆਂ ਮੁਕਤ ਆਗੇ ਸੁਖ ਪਾਵੇ। ਮਿਲਦਾ ਮਾਣ ਨਿਮਾਣਿਆ ਮਾਣ ਨਿਮਾਣਿਆ ਤੇਰਾ ਦਰ ਐਸਾ ਮਾਲਕਾ, ਤੇਰਾ ਦਰ ਐਸਾ ਮਾਲਕਾ। ਮਿਲਦਾ ਮਾਣ ਨਿਮਾਣਿਆ ਦਾ ਮਾਣ ਨਿਮਾਣਿਆ ਸੁਖੀ ਬਸੈ ਮੁਸਕੀਨੀਆਂ, ਸੁਖੀ ਬਸੈ ਮੁਸਕੀਨੀਆਂ। ਮਿਲਦਾ ਮਾਣ ਨਿਮਾਣਿਆ ਮਾਣ ਨਿਮਾਣਿਆ ਸੁਖੀ ਬਸੈ ਮਸਕੀਨੀਆਂ। ਆਪ ਨਿਵਾਰਤ ਲਈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਸਰਬੱਤ ਮਾਈ ਭਾਈ ਸਾਧ ਸੰਗਤ ਜੀ, ਅੱਜ ਜਿੱਥੇ ਪੰਚਮੀ ਦਾ ਦਿਹਾੜਾ ਹੈ, ਉੱਥੇ ਅਸਾੜ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ। ਸੋ ਮਹਾਰਾਜ ਨੇ ਕਿਰਪਾ ਕਰੀ ਹੈ, ਜੋ ਸਤਸੰਗ ਦੇ ਵਿੱਚ ਆਪਾਂ ਬੈਠਦੇ ਹਾਂ, ਮਹਾਰਾਜ ਦੇ ਚਰਨਾਂ 'ਚ ਹਰੀ ਦੇ ਗੁਣ ਗਾ ਰਹੇ ਹਾਂ, ਸੁਣ ਰਹੇ ਹਾਂ। ਔਰ ਇਹੀ ਮਨੁੱਖਾ ਜਨਮ ਦੀ ਜੋ ਪ੍ਰਾਪਤੀ ਹੈ ਸਾਨੂੰ ਹੋਈ, ਇਹਦਾ ਲਾਹਾ ਇਹੀ ਹੈ ਕਿ ਜੇ ਆਪਾਂ ਮਹਾਰਾਜ ਦੇ ਗੁਣ ਗਾਈਏ ਤੇ ਸਤ ਸੰਗਤ ਕਰੀਏ। ਇੱਕ ਹਰੀ ਦੀ ਕਥਾ, ਇੱਕ ਸੰਤਾਂ ਦੀ ਸੰਗਤ, ਇਹ ਦੋ ਚੀਜ਼ਾਂ ਕਰਮਾਂ ਦੇ ਨਾਲ ਮਿਲਦੀਆਂ ਨੇ। ਬਾਕੀ ਜਿਹੜਾ ਆਉਣਾ ਮਾਇਆ ਦੇ ਪਿੱਛੇ, ਪਦਾਰਥ ਪਿੱਛੇ, ਸੰਸਾਰ ਭਰਮ ਦਾ ਹੈ, ਇੰਨੀ ਭੱਜ ਨੱਠ ਹੈ, ਇੰਨੀ ਦੌੜ ਹੈ, ਇਹ ਤਾਂ ਕਿਸੇ ਪਾਪੀ ਨੂੰ ਵੀ ਮਿਲ ਜਾਣਗੇ। ਕਹਿੰਦੇ ਆ ਵੀ ਤੁਲਸੀ ਸੰਤ ਸਮਾਗਮ ਹਰ ਕਥਾ, ਤੁਲਸੀ ਦੁਰਲੰਭ ਦੋਏ, ਧਨਦਾਰਾ ਸੁਤ ਲక్ష్ਮੀ ਪਾਪੀ ਗ੍ਰਹਿ ਪੀ ਹੋਏ। ਧਨ ਹੈ ਔਰ ਲక్ష్ਮੀ ਮਾਇਆ, ਜੋ ਅੱਜ ਜਿਹੜੇ ਧਨ ਔਰ ਲక్ష్ਮੀ ਦਾ ਕੀ ਫਰਕ ਹੈ। ਔਰ ਫਿਰ ਦਾਰਾ ਇਸਤਰੀ ਤੇ ਸੁੱਤ ਪੁੱਤਰ ਨੂੰ ਕਹਿੰਦੇ ਹੈ, ਸੁੱਤ ਦਾਰਾ। ਔਰ ਇਹ ਤਾਂ ਕਿਸੇ ਦੇ ਘਰ ਵੀ ਹੋ ਸਕਦੇ ਨੇ। ਅੱਜ ਬੰਦਾ ਇਹਦੇ ਪਿੱਛੇ ਹੀ ਦੇਖੋ, ਮਾਇਆ ਪਿੱਛੇ ਔਰ ਇਸਤਰੀ ਪਿੱਛੇ, ਜ਼ਮੀਨਾਂ ਧਨ ਦੌਲਤਾਂ ਪਿੱਛੇ ਲੜ ਲੜ ਕੇ ਕਿੰਨੀ ਦੁਨੀਆ ਮਰ ਰਹੀ ਹੈ, ਕਿੰਨੇ ਮਰ ਗਏ। ਇਹ ਕਿਹਦਾ ਹੋਇਆ? ਇਹ ਤਾਂ ਅੱਜ ਤੇਰੇ ਕੋਲੇ ਆ, ਕੱਲ ਨੂੰ ਕਿਸੇ ਹੋਰ ਕੋਲੇ ਹੋ। ਜਿਹੜੀ ਜਗ੍ਹਾ ਤੇ ਵੀ ਆਪਾਂ ਬੈਠਦੇ ਹਾਂ, ਗੁਰਬਾਣੀ ਕਹਿੰਦੀ ਆ, ਪਤਾ ਨਹੀਂ ਤੇਰੇ ਥੱਲੇ ਕਿੰਨਿਆਂ ਕੁ ਦੀ ਇੱਥੇ ਮੜੀ ਬਣੀ ਹੈ, ਕਿੰਨਿਆਂ ਕੁ ਦੀਆਂ ਕਬਰਾਂ ਬਣੀਆਂ ਨੇ ਤੇਰੇ ਹੇਠਾਂ, ਜਿੱਥੇ ਤੂੰ ਬੈਠਾ, ਜਿੱਥੇ ਤੇਰਾ ਘਰ ਹੈ।
ਜਿਹੜੀ ਜਗ੍ਹਾ ਤੇ ਤੂੰ ਆਪਣੇ ਕਮਰੇ ਬਣਾਏ ਨੇ, ਆਪਦੇ ਮੰਜੇ ਡਾਹੇ ਨੇ, ਆਪਦੇ ਬੈੱਡ ਲਾਏ ਨੇ ਸੌਣਾ, ਉਹਦੇ ਹੇਠਾਂ ਪਤਾ ਨਹੀਂ ਕਿੰਨੇ ਕੁ ਮੁਰਦਿਆਂ ਨੂੰ ਦਫਨ ਕੀਤਾ ਹੋਇਆ, ਕਿੰਨਿਆਂ ਕੁ ਨੂੰ ਉੱਥੇ ਅੰਤਮ ਦਾਹ ਕੀਤਾ ਗਿਆ, ਸੰਸਕਾਰ ਕੀਤਾ ਗਿਆ। ਤੇ ਫਿਰ ਜੇ ਉਹ ਇੱਥੇ ਖਤਮ ਹੋ ਗਏ ਤਾਂ ਤੂੰ ਕਿੰਨਾ ਕੁ ਚਿਰ ਰਹੇਗਾ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਇੱਥੇ ਵੱਡੇ ਵੱਡੇ ਹੋ ਕੇ ਤੁਰ ਗਏ। ਤੇ ਪਰ ਬੰਦਾ ਫੇਰ ਵੀ ਨਹੀਂ ਸਮਝਦਾ, ਤੇ ਕਹਿੰਦਾ ਵੀ ਪਤਾ ਨਹੀਂ, ਮੈਂ ਤਾਂ ਪਤਾ ਨਹੀਂ ਕੀ ਕਰ ਲੂੰਗਾ, ਜੇ ਮੈਂ ਕਰ ਦੂੰਗਾ ਮੈਂ ਉਹ ਕਰ ਦੂੰਗਾ। ਨਾਲੇ ਪਤਾ ਵੀ ਆ ਵੀ ਪਤਾ ਨਹੀਂ ਕਦੋਂ ਉਸ ਵਾਹਿਗੁਰੂ ਦਾ ਸੱਦੜ ਆ ਜਾਣਾ, ਫਿਰ ਵੀ ਇਹਦਾ ਮਨ ਨਹੀਂ ਲੱਗਦਾ। ਬਸ ਇੰਨਾ ਕੁ ਪਾਠ ਨਹੀਂ ਕਰਨ ਨੂੰ ਮੇਰਾ ਜੀ ਕਰਦਾ। ਆਮ ਗੱਲ ਹੈ ਸਾਡੀ ਕਿ ਮੇਰਾ ਵਾਹਿਗੁਰੂ ਦੇ ਨਾਮ ਨਾਲ ਨਹੀਂ, ਮਨ ਨਹੀਂ ਜੁੜਦਾ ਮੇਰਾ ਸਿਮਰਨ ਦੇ ਵਿੱਚ। ਕਿਉਂ ਨਹੀਂ ਜੁੜਦਾ? ਕਿਉਂਕਿ ਮਰਨਾ ਭੁੱਲੇ ਹੋਏ ਹਾਂ ਅਸੀਂ। ਸਾਡਾ ਨਿਤਨੇਮ ਕਰਨ ਨੂੰ, ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਦਿਲ ਹੀ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਇੰਨੀ ਮਾਇਆ, ਇੰਨੇ ਪਦਾਰਥ ਤੇਰੇ ਆਲੇ ਦੁਆਲੇ ਨੇ, ਤੇ ਤੂੰ ਕਹਿਣਾ ਆਹ ਵੀ ਬਣਾ ਲਵਾਂ, ਆਹ ਵੀ ਬਣਾ ਲਵਾਂ, ਆਹ ਵੀ ਬਣਾ ਲਵਾਂ, ਤਵਾਂ ਲੱਗੀ ਹੋਈ ਹੈ। ਔਰ ਅੱਜ ਵਾਹਿਗੁਰੂ ਦੇ ਨਾਮ ਤੋਂ ਭੁੱਲ ਕੇ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਾਣਾ ਪੀਣਾ ਤੇਰੀ ਯਾਦ ਹੈ ਤੇ ਮਰਨਾ ਤੈਨੂੰ ਵਿਸਰ ਗਿਆ। ਬਈ ਇੱਥੇ ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਣਾ, ਮਰਨਾ ਹੀ। ਕਿਉਂਕਿ ਜਿਸ ਮੌਤ ਨੇ ਅਵਸ਼ਯ ਆਉਣਾ ਹੈ, ਤੇ ਅੱਜ ਉਸੇ ਨੂੰ ਤੂੰ ਭੁਲਾ ਕੇ ਉਸ ਪ੍ਰਮਾਤਮਾ ਨੂੰ ਜੋ ਸਦਾ ਹੀ ਰਹਿਣ ਵਾਲਾ ਹੈ ਔਰ ਸਦਾ ਹੀ ਸੀ, ਤੇ ਉਹ ਤੋਂ ਵੀ ਤੂੰ ਦੂਰ ਹੈ, ਤੇ ਨਾਮ ਤੋਂ ਵੀ ਦੂਰ ਹੈ। ਸਤ ਸੰਗਤ ਮਹਾਰਾਜ ਦੇ ਜੇ ਗੁਣ ਗਾਏ ਜਾਣ ਤਾਂ ਆਉਣਾ ਦੇਖ ਲਓ ਕਲਯੁਗ ਜਿਹੜਾ ਵਰਤਦਾ ਹੈ। ਪਤਾ ਨਹੀਂ ਕੈਸਾ ਸਮਾਜ, ਸੱਚਿਆਂ ਨੂੰ ਫਾਂਸੀ ਟੰਗਿਆ ਜਾਂਦਾ, ਫਾਹੇ ਲਾਇਆ ਜਾਂਦਾ, ਤੇ ਝੂਠੇ ਰਾਜ ਕਰਦੇ ਨੇ। ਸੱਚਿਆਂ ਦਾ ਜੇ ਅਪਮਾਨ ਹੁੰਦਾ ਤੇ ਝੂਠੇ ਚੌਧਰੀ ਬਣੇ ਹੋਏ ਨੇ, ਉਹਨਾਂ ਦੀਆਂ ਬੜੀਆਂ ਇੱਜ਼ਤਾਂ, ਉਹਨਾਂ ਦੇ ਬੜੇ ਮਾਣ। ਅੱਜ ਆ ਦੁਨੀਆ ਦੇ ਬੰਦੇ, ਜਿਸ ਬੰਦੇ ਦੀ ਕੋਈ ਵੀ ਔਕਾਤ ਨਹੀਂ ਹੈ, ਉਹ ਪਤਾ ਨਹੀਂ ਕੌਣ ਹੈ, ਕਿੱਥੋਂ ਆਇਆ, ਤੇ ਬਸ ਉਹਦੇ ਕੋਲ ਕੋਈ ਚੌਧਰ ਹੋਣੀ ਚਾਹੀਦੀ ਹੈ, ਤੇ ਉਹਦੇ ਹੀ ਪਿੱਛੇ ਲੱਗੇ ਹੋਏ ਨੇ ਸਾਰੇ। ਤੇ ਜੇ ਕੋਈ ਰੱਬ ਦਾ ਪਿਆਰਾ ਹੈ, ਬਸ ਉਹ ਤੋਂ ਅੱਜ ਆਹ ਹਾਲਾਤ ਕਹਿੰਦੇ ਜੀ ਦੁਨੀਆ ਮਰ ਰਹੀ ਹੈ, ਕਰੋਨਾ ਆ ਗਿਆ, ਇਹਨੂੰ ਲਿਆਉਣ ਵਾਲਾ ਕੌਣ ਹੈ? ਅਸੀਂ ਹੀ ਆ ਲੈ ਕੇ ਆਉਣ ਵਾਲੇ। ਜਿਹੜੀ ਸਾਡੀ ਹਾਲਤ ਹੈ, ਜਿਵੇਂ ਅਸੀਂ ਤਰ੍ਹਾਂ ਤਰ੍ਹਾਂ ਕਰ ਰਹੇ ਹਾਂ, ਜਿਹੜੇ ਹਿਸਾਬ ਨਾਲ ਸਾਡੀ ਅੱਜ ਮੈਂ ਕਹਿਣਾ ਵੀ ਹਲਕੇ ਹੋਏ ਕੁੱਤਿਆਂ ਵਾਲੀ ਹਾਲਤ ਹੋਈ ਪਈ ਅੱਜ ਬੰਦੇ ਦੀ। ਹਲਕਵਾ ਲੱਗਿਆ ਹੋਇਆ, ਜਿਵੇਂ ਕਹਿ ਲਓ ਐ, ਬਸ ਇਹ ਦਿਖਦਾ ਨਹੀਂ, ਪਰ ਜਿਹੜੀ ਮਾਨਸਿਕ ਅਵਸਥਾ ਹੈ, ਜਿਵੇਂ ਹਲਕੇ ਹੋਏ ਕੁੱਤੇ ਦੀ ਜੀਭ ਬਾਹਰ ਆ ਜਾਂਦੀ ਹੈ, ਔਰ ਉਹਦੀ ਪੂੰਛ ਹੈ ਜਿਹੜੀ ਕਹਿੰਦੇ ਕਦੇ ਸਿੱਧੀ ਨਹੀਂ ਹੁੰਦੀ, ਉਹ ਵੀ ਸਿੱਧੀ ਹੋ ਜਾਂਦੀ ਹੈ। ਔਰ ਐਂ ਹੀ ਭੱਜੀ ਜਾਂਦਾ, ਭੱਜਿਆ ਹੀ ਜਾਂਦਾ, ਉਹਨੂੰ ਪਤਾ ਨਹੀਂ ਮੈਂ ਕਿੱਥੇ ਨੂੰ ਜਾ ਰਿਹਾ। ਤੇ ਕਦੇ ਆਪਾਂ ਵੀ ਆਪਣੇ ਆਪ ਨੂੰ ਪੁੱਛ ਕੇ ਦੇਖ ਲਓ, ਬਸ ਆਹੀ ਹਾਲਤ ਹੈ। ਨਾ ਰੱਬ ਦਾ ਪਤਾ, ਨਾ ਧਰਮ ਦਾ ਪਤਾ, ਨਾ ਸੰਤਾਂ ਦਾ ਪਤਾ, ਨਾ ਚੰਗੇ ਮਾੜੇ ਦਾ ਪਤਾ, ਨਾ ਪੁੰਨ ਪਾਪ ਦਾ ਪਤਾ। ਬਸ ਚੱਲੇ ਹੋਏ ਆ, ਤੁਰੇ ਹੋਏ ਆ, ਪਤਾ ਕਾਹਦਾ ਹੈ? ਸੋ ਫਿਰ ਉੱਥੇ ਮਹਾਰਾਜ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਮਨੁੱਖ ਦੇਖਣ ਨੂੰ ਲੱਗਦੇ ਆ, ਪਰ ਸਾਡੀ ਹਾਲਤ ਉਹ ਕੁੱਤਿਆਂ ਤੋਂ ਵੀ, ਸੂਰਾਂ ਤੋਂ ਵੀ ਭੈੜੀ ਹੈ। ਜਿਹੜੇ ਬਿਸ਼ਟਾ ਖਾਂਦੇ ਨੇ ਉਹਨਾਂ ਤੋਂ ਵੀ ਅਸੀਂ ਮਾੜੇ ਹੋ ਚੁੱਕੇ। ਭਗਤੀ ਤੋਂ ਹੀਣਿਆ ਮਨਾ, ਤੈਨੂੰ ਕੀ ਮਹਾਰਾਜ ਕਹਿੰਦੇ ਨੇ? ਆਓ ਨਾਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਵੀ ਪੜ੍ਹਦੇ ਚੱਲੀਏ। ਮਹਾਰਾਜ ਇਉਂ ਬਚਨ ਕਰਦੇ ਨੇ, ਉਹ ਮਾਨਸ ਤੇਰੀ ਜਾਤ ਹੈ, ਕਰਦਾ ਕਰਤੂਤ ਪਸ਼ੂ ਵਾਲੀ। ਮਾਨਸ ਤੇਰੀ ਜਾਤੀ ਹੈ, ਕਰਦਾ ਕਰਤੂਤ ਪਸ਼ੂ ਵਾਲੀ।
ਸਾਰੇ ਜਪਿਆ ਕਰੋ ਵਾਹਿਗੁਰੂ। ਤੇਰੀ ਜਾਤੀ ਬੰਦਿਆ ਕਰਦਾ ਕਰਤੂਤ ਪਸ਼ੂ ਵਾਲੀ, ਮਾਨਸ ਤੇਰੀ ਜਾਤੀ ਹੈ ਕਰਦਾ ਕਰਤੂਤ ਪਸ਼ੂ ਵਾਲੀ। ਮਾਨਸ ਤੇਰੀ ਜਾਤੀ ਹੈ ਕਰਦਾ ਕਰਤੂਤ ਪਸ਼ੂ ਵਾਲੀ, ਮਾਨਸ ਤੇਰੀ ਜਾਤੀ ਬੰਦਿਆ ਕਰਦਾ ਕਰਤੂਤ ਪਸ਼ੂ ਵਾਲੀ। करतूत पशु की मानस जात लोक विचारा करै दिन रात, बाहर भेख अंतर मल माया छपस नाही किछ करै सपाया। बाहर भेख, बाहर तो तेरे बड़े भेख धारे हुए ने, बड़ा रूप बनाया होया है, पर अंदर तेरे किन्नी मैल है, अंदर तेरे किन्ना झूठ है। बाहरों बड़ा ज्ञानी है, ध्यानी है, बड़ा सुच रखदा है, मैं नहाउंदा इशनान करदा, पर अंदरों तेरे किन्नी बुराइयां तेरे अंदर आईयां हुई ने। सो महाराज कहते किहदे लई करदा दस, ये जिहड़ा तू काम करदा है, तू उपरों कुछ है अंदरों कुछ है, फिर तेरी बुद्धि नहीं काम करती भी इहदा भी, क्योंकि जो बुद्धिवान इंसान है वो पहली गल है कदे किसी ने बहुतियां चलाकियां नहीं करता हुंदा। उन्होंने पता हुंदा है कि जिहड़ी मैं चलाकी करूँगा तो उन्हें भी मैनू फड़ लेना, काहनूं शर्मिंदगी। पर आ बंदे देखो एक दूजे नाल किन्नियां चलाकियां करते हैं, किन्ना झूठ बोलते हैं, गल गल ते किन्नियां बेईमानियां बंदे दे अंदर भरियां हुई ने। भाव इहनूं बुद्धि नहीं इहदे कोले है, इहदे कोले समझ नहीं, ਇਹਦੇ ਕੋਲੇ ਮਨ ਨਹੀਂ ਹੈ। ਮਨ ਹੈ, ਮਨ ਤੋਂ ਹੀ ਮਨੁੱਖ ਬਣਿਆ। ਮਨੁੱਖ ਦਾ ਮਤਲਬ ਕੀ ਹੈ? ਮਨ, ਮਨੁੱਖ, ਮਨ ਤੋਂ ਜੋ ਪੈਦਾ ਹੋਇਆ, ਕਿ ਮਨ ਜਿਹਦੇ ਅੰਦਰ ਹੈ ਉਹਨੂੰ ਮਨੁੱਖ ਕਿਹਾ ਜਾਂਦਾ ਹੈ, ਔਰ ਜਿਹਦੇ ਕੋਲੇ ਇਕੱਲਾ ਹੀ ਮਨ ਹੈ ਉਹਨੂੰ ਦੇਵਤਾ ਕਿਹਾ ਜਾਂਦਾ ਹੈ, ਔਰ ਜਿਹਦੇ ਕੋਲੇ ਇਕੱਲਾ ਹੀ ਤਨ ਹੈ ਉਹਨੂੰ ਪਸ਼ੂ ਕਿਹਾ ਜਾਂਦਾ। ਫਿਰ ਸਾਨੂੰ ਕੀ ਕਿਹਾ ਜਾਊਗਾ? ਸਾਡੇ ਅੰਦਰ ਮਾਨਸਿਕ ਅਵਸਥਾ ਹੈ ਨਹੀਂ, ਮਰ ਚੁੱਕਿਆ ਸਾਡਾ ਅੰਦਰੋਂ ਮਨ। कि मन नहीं समझ रहा गल नूं, तो फिर मन तो वांझा तन है कला, फिर तो पशु ही है तू। जे तेरे कोले मन ही नहीं है अंदरला, तेरे कोले समझ ही नहीं है, तेरे कोले सुरत ही नहीं है, फिर तो चमड़ा तेरे उत्ते मैसां तो वध तेरा कोई फर्क नहीं है। आ मैसां दे दो सिंग हुंदे ने, पर रब ने तेरे सिंग नहीं लाए। मझां खोली ते खड़दियां ने ते तू बाहर ही तुरिया फिरदा है, ते आ डंगरां दे गलां विच संगल पाए हुए ने, बन्ने हुए ने कीलियां ते।
ਤੇ ਤੇਰੇ ਵੀ ਗਲ ਵਿੱਚ ਸੰਗਲ ਚਾਹੀਦਾ। ਚੱਲ ਹੁਣ ਨਹੀਂ ਤਾਂ ਫਿਰ ਮਰ ਕੇ ਪੈ ਜਾਊਗਾ। ਜਿਸ ਨੂੰ ਮਹਾਰਾਜ ਕਹਿੰਦੇ ਨੇ ਵੀ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਜਿਵੇਂ ਮੈਸਾਂ ਦੇ ਪਸ਼ੂਆਂ ਦੇ ਗਲਾਂ 'ਚ ਸੰਗਲ ਪਾਏ ਹੋਏ ਨੇ, ਫਿਕਰ ਨਾ ਕਰ, ਜਿਹੜੇ ਕੰਮ ਤੂੰ ਕਰਦਾ ਤੇਰੇ ਵੀ ਗਲਾਂ ਵਿੱਚ ਸੰਗਲ ਹੀ ਪੈਣੇ ਨੇ, ਕਿਉਂਕਿ ਤੇਰੇ ਕੋਲੇ ਅਕਲ ਨਹੀਂ ਹੈ, ਤੇਰੇ ਕੋਲੇ ਬੁੱਧੀ ਨਹੀਂ ਹੈ, ਤੇਰੇ ਕੋਲੇ ਸਮਝ ਨਹੀਂ, ਤੂੰ ਸਮਝ ਲੈਣਾ ਹੀ ਨਹੀਂ ਚਾਹੁੰਦਾ, ਤੂੰ ਗਿਆਨ ਪ੍ਰਾਪਤ ਹੀ ਨਹੀਂ ਕਰਨਾ ਚਾਹੁੰਦਾ। ਗਿਆਨ ਤੋਂ ਬਿਨਾਂ ਕੀ ਹੈ ਇੱਥੇ ਦੱਸੋ। ਮਹਾਰਾਜ ਕਹਿੰਦੇ ਨੇ ਅਗਿਆਨੀ ਪੁਰਸ਼ ਹੈ ਜਿਹੜਾ, ਇਹ ਸਭ ਤੋਂ ਵੱਡਾ ਜੜ ਜਿਹੜਾ ਬੰਦਾ ਹੁੰਦਾ, ਇਹ ਸਭ ਤੋਂ ਵੱਡਾ ਵਿਘਨ ਹੁੰਦਾ ਦੁਨਿਆਵੀ ਤੌਰ ਤੇ, ਕਹਿ ਲਓ ਸਮਾਜਿਕ ਧਰਮ। ਅੱਜ ਜਿਹੜਾ ਸਮਾਜ ਦਾ ਨਿਘਾਰ ਕਾਹਤੋਂ ਆਇਆ, ਅੱਜ ਆ ਸਮਾਜ ਇਹਨੇ ਧੱਕੇ ਕਿਉਂ ਖਾਂਦਾ, ਇਹਨਾਂ ਦਾ ਇਲਾਜ ਕਿਉਂ ਨਹੀਂ ਹੋ ਰਿਹਾ, ਇਹ ਬਿਮਾਰੀਆਂ ਨਾਲ ਮਰ ਕਿਉਂ ਰਹੇ ਨੇ, ਕਿਉਂਕਿ ਅਗਿਆਨੀ ਲੋਕਾਂ ਦੇ ਕੋਲ ਬਾਂਗ ਡੋਰ ਹੈ, ਮੂਰਖਾਂ ਦੇ ਕੋਲ। ਆ ਜਿੰਨੇ ਸਾਡੇ ਨੇਤਾ ਲੀਡਰ ਅਨਪੜ੍ਹ ਗਵਾਰ ਨੇ, ਇਹਨਾਂ ਵਿੱਚੋਂ ਅਕਲ ਵਾਲਾ ਹੈ ਕੋਈ? ਆ ਬਿਠਾਤਾ ਸੀ ਮੋਦੀ ਪ੍ਰਧਾਨ ਮੰਤਰੀ ਬਣਾ ਕੇ, ਦੇਖ ਲਓ ਕੀ ਹਾਲ ਹੋਇਆ ਪਿਆ ਦੁਨੀਆ ਦਾ, ਕੀ ਕੰਮ ਕਰਦਾ ਉਹ। ਔਰ ਹੋਰ ਜਿਹੜੇ ਇਹਨਾਂ 'ਚੋਂ ਇੱਕ ਵੀ ਨਹੀਂ ਹੋਣਾ ਜਿਹੜਾ ਕੋਈ ਗ੍ਰੈਜੂਏਟ ਹੋਵੇ, ਕੋਈ ਪੜ੍ਹਿਆ ਲਿਖਿਆ ਹੋਵੇ, ਕੋਈ ਬੁੱਧੀਵਾਨ ਹੋਵੇ, ਸਾਰੇ ਅਨਪੜ੍ਹ ਗਵਾਰ ਆ ਬੈਠ ਕੇ ਤਾਨਾਸ਼ਾਹ ਬਣ ਕੇ ਸਾਰੀ ਦੁਨੀਆ ਮਾਰਦੀ ਇਹਨਾਂ ਨੂੰ। ਔਰ ਦੂਜਾ ਨੰਬਰ ਸਾਡੇ ਵਾਲੇ ਲਾਣੇ ਦਾ ਆ ਗਿਆ, ਆ ਬਾਬੇ ਨੇ ਜਿਹੜੇ ਸੰਤ, ਇਹ ਵੀ ਸਾਰੇ ਅਨਪੜ੍ਹ ਹੀ ਨੇ। ਆ ਜਿੰਨੇ ਧਾਰਮਿਕ ਪ੍ਰਚਾਰਕ ਕਹਾਉਣ ਵਾਲਿਆਂ 'ਚ ਕੋਈ ਉਹ ਪੜ੍ਹਿਆ ਲਿਖਿਆ ਉਹ ਇੱਕ ਅੱਧਾ, ਬਾਕੀ ਸਾਰੇ ਹੀ ਜਿਨ੍ਹਾਂ ਨੂੰ ਊੜੇ ਤੋਂ ਆੜਾ ਕੁਛ ਨਹੀਂ ਆਉਂਦਾ, ਤੇ ਗੱਲਾਂ ਉਹੀ ਬਸ। ਜੇ ਕੋਈ ਚੱਜ ਦੀ ਗੱਲ ਕਰੂਗਾ ਕਹਿਣਗੇ ਤਾਂ ਲੈ ਬੰਦਾ ਨਾਸਤਕ ਹੋ ਗਿਆ, ਜੇ ਕੋਈ ਰੱਬ ਦੀ ਗੱਲ ਕਰੂਗਾ ਉਹ ਕਹਿੰਦੇ ਵੀ ਤੂੰ ਉਹ ਗੱਲ ਕਰ ਜਿਹੜੀ ਕਿਸੇ ਨੂੰ ਸਮਝ ਨਾ ਆਵੇ। ਹੁਣ ਮਹਾਰਾਜ ਦੀ ਜਿਹੜੀ ਬਖਸ਼ਿਸ਼ ਹੈ, ਕੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੀ ਸਮਝਾਇਆ ਸੀ ਸਾਨੂੰ, ਆਸਾ ਦੀ ਵਾਰ ਹੀ ਪੜ੍ਹ ਲਓ। ਉਹਨਾਂ ਦਾ ਜਪਜੀ ਸਾਹਿਬ ਆ ਪੜ੍ਹੀ ਜਾਂਦੇ ਆਪਾਂ, ਅੰਮ੍ਰਿਤ ਵੇਲੇ ਆਵਾਜ਼ ਆਉਂਦੀ ਹੈ, ਕਈ ਵਾਰ ਇੱਧਰ ਬਾਹਰ ਨਿਕਲੀਦਾ ਤਾਂ ਜਿਉਂ ਲੱਗੇ ਹੁੰਦੇ ਨੇ, ਭੈ ਵਿੱਚ ਪਵਨ ਵਹੈ ਸਦਬਾ, ਉਹ ਭੈ ਵਿੱਚ ਚੱਲਿਆ, ਉਹ ਮਗਰਲੇ ਦੋ ਬੋਲਦੇ ਹੁੰਦੇ ਨੇ, ਉਹਨਾਂ ਨੂੰ ਪਤਾ ਕੋਈ ਨਹੀਂ ਵੀ ਕਹਿ ਕੀ ਰਹੇ ਹਾਂ ਅਸੀਂ, ਆਪ ਨਹੀਂ ਡਰਦੇ, ਆਪ ਉੱਥੇ ਹੀ ਚਾਹ ਪੀ ਲੈਂਦੇ ਨੇ। ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਜਦੋਂ ਅੱਧੀ ਕਾਸਾ ਦੀ ਵਾਰ ਹੋ ਜਾਣੀ, ਸਾਡੇ ਨਾਲ ਦੇ ਜਿਹੜੇ ਸਾਡੇ ਬਾਬੇ ਹੋਰ ਵੀ, ਉਹਨਾਂ ਨੇ ਕਹਿਣਾ ਵੀ ਹੁਣ ਚਾਹ ਮੰਗਾਓ, ਉੱਥੇ ਬਾਜਿਆਂ ਤੇ ਬੈਠ ਕੇ ਚਾਹ ਪੀ ਜਾਣੀ। ਚਲੋ ਵੀ ਹੁਣ ਅੱਧੀ ਹੋ ਗਈ, ਹੁਣ ਫੇਰ ਚੱਕ ਦੋ ਕੰਮ। ਤੇ ਕਈ ਵਾਰ ਅੱਧੀ ਇੱਥੇ ਆਸਾ ਦੀ ਵਾਰ, ਅੱਧੀ ਕਿਤੇ ਦੂਜੇ ਪਾਸੇ ਲਾ ਦੇਣੀ ਜਾ ਕੇ। ਮੈਂ ਕਹਿਣਾ ਵੀ ਕਹਿੰਦਾ ਚੱਲ ਆਪਾਂ ਤਾਂ ਇੱਕ ਪੂਰੀ ਕਰਨੀ ਹੈ। ਤੇ ਇੱਕ ਥਾਵੇਂ ਅਸੀਂ ਅਖੰਡ ਪਾਠ ਸਾਹਿਬ ਤੇ ਅੱਧੀ ਆਸਾ ਦੀ ਵਾਰ ਲਾਈ। ਮੈਂ ਕਿਹਾ ਜੀ ਅੱਧੀ ਆਪਣੀ ਕਿੱਥੇ ਆ? ਕਹਿੰਦੇ ਹੁਣ ਫੇਰ ਦੇਖਾਂ ਕਦੇ, ਜਿੱਥੇ ਆਜੂ ਲੋਟ ਲਾ ਦਾਂਗੇ। ਇਹ ਕੰਮ ਚੱਲਦਾ। ਤੇ ਕਈ ਤਾਂ ਸਿੱਖ ਕਹਿੰਦੇ ਅਸੀਂ ਤਾਂ ਤਿੰਨ ਤਿੰਨ ਆਸਾ ਦੀ ਵਾਰ ਲਾ ਦਿੰਦੇ ਹਾਂ। ਮੈਂ ਕਿਹਾ ਸਾਤੋਂ ਤਾਂ ਇੱਕ ਨਹੀਂ ਹੁੰਦੀ ਭਾਈ, ਉਹ ਵੀ ਕਈ ਮਹੀਨੇ ਲੰਘ ਜਾਂਦੇ ਆ, ਇੱਕ ਨਹੀਂ ਪੂਰੀ ਹੁੰਦੀ। ਕਹਿੰਦੇ ਤਿੰਨ ਤਿੰਨ ਆਸਾ ਦੀਆਂ ਵਾਰਾਂ ਤੇ ਪੰਜ ਪੰਜ ਆਨੰਦ ਕਰਾ ਦਿੰਦੇ ਹਾਂ ਅਸੀਂ। ਖਿੱਚੀ ਤੁਰੇ ਜਾਂਦੇ ਨੇ ਕੰਮ ਤੇ ਮਹਾਰਾਜ ਵਾਲੇ। ਗਿਆਨ ਕਿਸੇ ਨੂੰ ਨਹੀਂ, ਬਸ ਆਨੰਦ ਕਰਾ ਦਿਓ, ਲਾਵਾਂ ਪੜ੍ਹ ਲੀਆਂ ਤੇ ਫਿਰ ਇਹਨਾਂ ਦਾ ਰੌਲਾ ਪੈਂਦਾ ਤੇਰੇ ਲਾਵਾਂ ਨਹੀਂ ਕੰਠ ਹੈਗੀਆਂ। ਮੈਂ ਕਿਹਾ ਕੰਠ ਕਰਕੇ ਕੀ ਕਰ ਲਓਗੇ ਦੱਸ? ਕੰਠ ਤਾਂ ਹੁਣ ਤੋਤੇ ਦੇ ਵੀ ਬਥੇਰਾ ਕੁਛ ਹੋ ਜਾਂਦਾ, ਉਹਨੂੰ ਜਿਹੜਾ ਕੋਈ ਮਰਜ਼ੀ ਸਿਖਾ ਲਓ। ਅੱਜ ਕਹਿੰਦੇ ਆ ਬਾਣੀ ਕੰਠ ਹੈ ਜਿਹੜੀ, ਇਹਦਾ ਫਾਇਦਾ ਵੀ ਹੁੰਦਾ ਹੈ, ਪਰ ਸਾਡੇ ਬੜੇ ਬੜੇ ਮਹਾਂਪੁਰਖਾਂ ਨੇ ਗੁਟਕਾ ਸਾਹਿਬ ਤੋਂ ਪਾਠ ਕਰਿਆ ਤੇ ਇਹ ਆਪ ਹੀ ਲੱਗਿਆ ਹੁੰਦਾ, ਕਹਿੰਦਾ ਲੋੜ ਹੀ ਨਹੀਂ ਮੈਨੂੰ ਗੁਟਕਾ ਸਾਹਿਬ ਦੀ। ਪਤਾ ਨਹੀਂ ਕਿੱਡਾ ਕੁ ਵੱਡਾ ਬ੍ਰਹਮ ਗਿਆਨੀ ਹੈ ਇਹਨੂੰ ਲੋੜ ਨਹੀਂ ਹੈ ਪੋਥੀ ਸਾਹਿਬ ਦੀ, ਇਹ ਅੰਦਰੋਂ ਹੀ ਗਿਆਨ ਪ੍ਰਾਪਤ ਕਰੀ ਬੈਠਾ। ਕਹਿੰਦਾ ਮੇਰੇ ਤਾਂ ਸਾਰਾ ਕੁਝ ਹੀ ਯਾਦ ਹੈ। ਕਈ ਕਹਿਣਗੇ ਗੁਰੂ ਗ੍ਰੰਥ ਸਾਹਿਬ ਹੀ ਯਾਦ ਹੈ। ਲੈ ਮੈਂ ਕਹਿੰਦਾ ਕਿਹਦੇ ਗੁਰੂ ਗ੍ਰੰਥ ਸਾਹਿਬ ਯਾਦ ਹੋਊਗਾ? ਦੱਸੋ ਕੌਣ ਹੋਊਗਾ? ਸੁਣਾਓ ਪੂਰਾ ਗੁਰੂ ਗ੍ਰੰਥ ਸਾਹਿਬ ਕਿਹਦੇ ਯਾਦ ਹੋ? ਬਹੁਤ ਵਿਚਾਰਾਂ ਨੇ ਜਿਹੜੀਆਂ ਆਪਣੀਆਂ, ਜਿਹੜੀਆਂ ਸਾਡੀਆਂ, ਕਿਉਂਕਿ ਇਹ ਵੀ ਸਾਡੀ ਮਹਾਂਪੁਰਖ, ਮੈਂ ਦਰਸ਼ਨ ਤਾਂ ਨਹੀਂ ਕੀਤੇ। ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਆਖਰਲੇ ਸਮੇਂ ਤੱਕ ਵੀ ਗੁਟਕਾ ਸਾਹਿਬ ਤੋਂ ਪਾਠ ਕਰਦੇ ਰਹੇ। ਕਿਆ ਤੂੰ ਉਹਨਾਂ ਤੋਂ ਵੀ ਵੱਡਾ ਹੈ? ਜਿਨ੍ਹਾਂ ਨੇ ਏਡੀਆਂ ਵੱਡੀਆਂ ਕਮਾਈਆਂ ਕਰ ਲੀਆਂ, ਉਹ ਨਿਤਨੇਮ ਕਰਦੇ ਨੇ। ਅੱਜ ਆ ਸ਼ਬਦ ਤੋਂ, ਗੁਰਬਾਣੀ ਤੋਂ, ਪੰਜ ਗ੍ਰੰਥੀ, ਸੁੰਦਰ ਗੁਟਕਾ। ਆ ਹੁਣ ਆਪਾਂ ਦਰਸ਼ਨ ਕਰੀ ਜਾਂਦੇ, ਮੈਨੂੰ ਥੋੜਾ ਹੁਣ ਧਿਆਨ ਆਇਆ ਆ, ਕਈ ਵਾਰ ਆਪਾਂ ਮੋਬਾਈਲਾਂ ਤੋਂ ਹੀ ਪਾਠ ਕਰੀ ਜਾਂਦੇ ਹਾਂ।
ਉਦੋਂ ਹੀ ਫਿਰ ਜਦੋਂ ਫੋਨ ਆਇਆ ਐ ਲਾ ਲੈਂਦੇ ਨੇ ਕੰਨ ਨੂੰ, ਹੈਲੋ ਮੈਂ ਤਾਂ ਪਾਠ ਕਰਦਾ ਸੀ, ਉੱਥੇ ਹੀ ਫੇਰ ਕਰ ਲੈਂਦੇ ਆ ਨਾ, ਉਹਦੇ ਤੇ ਪਾਠ ਕਰੀ ਜਾਂਦੇ ਨੇ। ਪਰ ਗੁਰਸਿੱਖੋ, ਜਿਹੜਾ ਗੁਟਕਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਆ, ਉਹ ਦਰਸ਼ਨ ਕਿਵੇਂ ਹੋ ਜਾਣਗੇ ਉੱਥੋਂ ਦੱਸੋ। ਜਿਹੜੇ ਮਹਾਰਾਜ ਦੇ ਅੱਖਰਾਂ ਦੇ ਆਪਾਂ ਦਰਸ਼ਨ ਕਰਦੇ ਆ, ਸ਼੍ਰੋਮਣੀ ਕਮੇਟੀ ਦਾ ਜਿਹੜਾ ਸਿਪਾਹੀ ਹੈ ਉਹਨਾਂ ਦੀ, ਉਹ ਬੜੀ ਗੁਰਮੁਖੀ 'ਚ ਹੈ। ਜਿਹੜਾ ਆਪਾਂ ਉਹ ਦਰਸ਼ਨ ਕਰਦੇ ਆ, ਉਹਦਾ ਜਿਹੜਾ ਆਪਾਂ ਨੂੰ ਫਲ ਮਿਲਣਾ ਦਰਸ਼ਨ ਕਰਨ ਦਾ, ਉਹ ਮੋਬਾਈਲ 'ਚੋਂ ਮਿਲ ਜੂ ਤੈਨੂੰ। ਪਰ ਅੱਜ ਸੌਖਾ ਜਿਹਾ ਕੰਮ ਲੱਭਿਆ ਹੋਇਆ। ਚਲੋ ਕੋਈ ਮਜਬੂਰੀ ਹੈ, ਤੇਰੇ ਕੋਲੇ ਨਹੀਂ ਪੋਥੀ ਸਾਹਿਬ ਹੈਗੀ, ਕਿਤੇ ਦੂਰ ਦਰਾਡੇ ਗਿਆ ਹੋਇਆ, ਉਹ ਵੱਖਰੀ ਗੱਲ ਹੈ। ਮੈਂ ਵੀ ਨਿਤਨੇਮ ਕਰ ਲੈਣਾ ਮੋਬਾਈਲ ਤੋਂ, ਪਰ ਇਹ ਤਾਂ ਨਹੀਂ ਵੀ ਜੇ ਗੁਟਕਾ ਸਾਹਿਬ ਇੱਥੇ ਪਿਆ ਤੇ ਮੈਂ ਮੋਬਾਈਲ ਖੋਲੀ ਬੈਠਾ, ਮੈਂ ਨਹੀਂ। ਅੱਜ ਜਿਹੜਾ ਕੁਝ ਅਸੀਂ ਗੁਰਬਾਣੀ ਤੋਂ ਅੱਜ ਦੂਰ, ਨਾਮ ਤੋਂ ਦੂਰ, ਬਾਬਾ ਆਨੰਦ ਸਿੰਘ ਜੀ ਨੇ ਕਹਿਣਾ, ਦਰਸ਼ਨ ਕਰਦਾ ਅੱਖਰ ਨਾ ਜਾਣੀ, ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਤੱਖ ਦਰਸ਼ਨ ਨੇ। ਜਿਹੜੀਆਂ ਸਿਹਾਰੀਆਂ ਬਿਹਾਰੀਆਂ ਦੇਖਦਾ ਨਾ, ਆ ਮੂਹਰੇ ਦੋ ਦੋ ਡੰਡੇ ਦੇਖਦਾ, ਆਏਗਾ ਦੂਜਾ ਤੀਜਾ ਦੇਖਦਾ ਨਾ, ਤੂੰ ਇਹ ਗੁਰੂ ਨਾਨਕ ਦੇਵ ਜੀ ਦਰਸ਼ਨ ਦੇ ਰਹੇ ਨੇ ਤੈਨੂੰ। ਸੱਚ ਕਰਕੇ ਜਾਣੀ, ਉਹਨਾਂ ਦੇ ਦਰਸ਼ਨ ਤੈਨੂੰ ਗੁਟਕਾ ਸਾਹਿਬ ਚੋਂ ਹੋ ਰਹੇ ਨੇ। ਗੁਰਬਾਣੀ ਦੇ ਵਿੱਚੋਂ ਬਾਹੋ ਬਾਹੋ ਬਾਣੀ ਨਿਰੰਕਾਰ ਹੈ। ਪੜਿਓ ਜਦੋਂ ਆਪਾਂ ਨਾਲ ਵੀ ਪੜ੍ਹਦੇ ਚੱਲੋ ਭਾਈ, ਬਾਹੋ ਬਾਹੋ ਬਾਣੀ ਨਿਰੰਕਾਰ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਆ ਜਗਤ ਦੇ ਵਿੱਚ ਕਾਹਦਾ ਪ੍ਰਕਾਸ਼ ਹੈ? ਜਿਹੜਾ ਸਾਨੂੰ ਪ੍ਰਕਾਸ਼ ਮਿਲੂਗਾ, ਪ੍ਰਕਾਸ਼ ਦਾ ਮਤਲਬ ਪ੍ਰਮਾਤਮਾ।
ਪ੍ਰਕਾਸ਼ ਦਾ ਮਤਲਬ ਬ੍ਰਹਮ ਵਾਹਿਗੁਰੂ ਅਕਾਲ ਪੁਰਖ ਉਹ ਕੀ ਹੈ? ਉਹ ਮਹਾਰਾਜ ਕਹਿੰਦੇ ਗੁਰਬਾਣੀ ਹੀ ਪ੍ਰਕਾਸ਼ ਹੈ ਜਗ ਦੇ। ਹੋਰ ਸਾਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਆ ਕੋਈ ਯੋਗਾ ਕਰੇਗਾ ਰੱਬ ਤੈਨੂੰ ਯੋਗ ਨਾਲ ਮਿਲੂਗਾ। ਇਹ ਨਹੀਂ ਦੱਸਿਆ ਮਹਾਰਾਜ ਨੇ ਤੈਨੂੰ ਪੁੱਠੇ ਲਟਕ ਕੇ ਰੱਬ ਮਿਲੂਗਾ। ਜਾਂ ਤੂੰ ਜਲ ਧਾਰੇ ਕਰੇਗਾ ਜਾਂ ਧੂਣੀਆਂ ਤਾਪੇਗਾ। ਮਹਾਰਾਜ ਕਹਿੰਦੇ ਕੇਵਲ ਗੁਰਬਾਣੀ ਹੀ ਇਸ ਅਕਾਲ ਪੁਰਖ ਦਾ ਪ੍ਰਕਾਸ਼ ਹੈ। ਭਾਈ ਗੁਰੂ ਦੇ ਬਚਨ ਹੀ ਜਿਹੜੇ ਤੂੰ ਦਰਸ਼ਨ ਕਰਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਾਪ ਗੁਰੂ ਨਿਸਤਾਰ। ਇਹ ਕਿਹਨਾਂ ਦੇ ਲਈ ਬਾਣੀ ਗੁਰੂ ਹੈ? ਇਹ ਕਿਹਨਾਂ ਦੇ ਲਈ ਗੁਰਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਨੇ? ਉਹਨਾਂ ਦੇ ਲਈ ਨੇ ਜਿਨ੍ਹਾਂ ਨੇ ਮਹਾਰਾਜ ਨੂੰ ਸੁਣ ਲਿਆ। ਗੁਰਬਾਣੀ ਜੋ ਕਹਿ ਰਹੇ ਨੇ, ਗੁਰੂ ਜੋ ਕਹਿ ਰਹੇ ਨੇ, ਸਿੱਖਾ ਤੂੰ ਉਸ ਗੱਲ ਨੂੰ ਸਰਵਣ ਕਰ, ਸੁਣ ਲੈ ਔਰ ਉਸ ਨੂੰ ਹਿਰਦੇ ਦੇ ਵਿੱਚ ਵਸਾ ਲੈ। ਸੋ ਆਓ ਆਪਾਂ ਨੂੰ ਸਰਵਣ ਤਾਂ ਹੋ ਹੀ ਰਿਹਾ, ਆਪਾਂ ਕੋਈ ਸਮੇਂ ਆਪੀ ਲੈ ਕੇ ਆਜੂਗੀ ਭਾਈ, ਥੋੜਾ ਜਿਹਾ ਹੋ ਜਾਂਦੀ ਹੈ ਖਰਾਬੀ। ਸੋ ਮਹਾਰਾਜ ਮਿਹਰ ਕਰਦੇ ਐ। ਮਹਾਂਪੁਰਖਾਂ ਨੇ ਕਹਿਣਾ ਇਹ ਜਿਹੜੀ ਗੁਰਬਾਣੀ ਹੈ ਇਹ ਅਕਾਲ ਪੁਰਖ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਤੱਖ ਦਰਸ਼ਨ ਨੇ। ਇਹ ਜੋ ਗੁਰਬਾਣੀ ਹੈ ਇਹ ਦਸੇ ਗੁਰੂ ਸਾਹਿਬਾਨਾਂ ਦੇ ਆਤਮਿਕ ਦਰਸ਼ਨ ਨੇ। ਐ ਸਿੱਖਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ, ਤੇਰਾ ਮੱਥਾ ਇੱਧਰ ਮਹਾਰਾਜ ਦੇ ਚਰਨਾਂ 'ਚ ਲੱਗਦਾ ਤਾਂ ਉਸ ਵੇਲੇ ਸੱਚ ਕਰਕੇ ਜਾਣ ਲਈ ਤੇ ਆਪਦੇ ਹਿਰਦੇ ਦੇ ਵਿੱਚ ਦੇਖੀ ਤੈਨੂੰ ਦਸੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਹੋ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੇ ਨਮਸਕਾਰ ਕਰਨੀ 10 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਨੇ। ਇਹ ਹਾਜ਼ਰ ਨਾਜ਼ਰ ਨੇ। ਮਹਾਂਪੁਰਖਾਂ ਨੇ ਇੱਕ ਵਾਰ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਇੱਕ ਪਿੰਡ ਦੇ ਵਿੱਚ ਅੰਮ੍ਰਿਤ ਸੰਚਾਰ ਕਰਾਇਆ ਸੀ। ਉਹ ਜਦੋਂ ਅੰਮ੍ਰਿਤ ਉਹਨਾਂ ਨੇ ਤਿਆਰ ਕਰਿਆ ਤਾਂ ਜਿਹੜਾ ਕੰਧਾ ਸੀ ਨਾ, ਕੰਧਾ ਵੀ ਉਹਦੇ ਵਿੱਚ ਸਿਮਣ ਲੱਗ ਗਿਆ ਸੀ ਅੰਮ੍ਰਿਤ। ਜਦੋਂ ਉਸ ਨੂੰ ਚਖਿਆ ਸੀ ਨਾ ਕਿਸੇ ਸਿੱਖਾਂ ਨੇ ਤਾਂ ਉਹਦੇ ਵਿੱਚੋਂ ਵੀ ਮਠਿਆਸ, ਉਹ ਜਲ ਦੇ ਵਿੱਚੋਂ ਇੰਨਾ ਨਾਮ ਦਾ ਪ੍ਰਤਾਪ ਆ ਵੀ ਕੰਧਾਂ ਦੇ ਵਿੱਚ ਵੀ ਅੰਮ੍ਰਿਤ ਭਰ ਜਾਂਦਾ, ਆ ਦਰਖਤਾਂ 'ਚ ਵੀ ਅੰਮ੍ਰਿਤ ਆ ਜਾਂਦਾ, ਆ ਦਰਖਤ ਵੀ ਅੰਮ੍ਰਿਤ ਦੇ ਨਾਲ, ਫਲ ਵੀ ਅੰਮ੍ਰਿਤ ਨਾਲ ਭਰ ਜਾਂਦੇ ਨੇ। ਜਿਹੜਾ ਕੁੰਭ ਰੱਖਦੇ ਆ ਮਹਾਰਾਜ ਦੇ ਚਰਨਾਂ ਵਿੱਚ ਉਹ ਵੀ ਪੂਰਾ ਅੰਮ੍ਰਿਤ ਬਣ ਜਾਂਦਾ। ਪਰ ਤੂੰ ਸ਼ਰਧਾ ਨਾਲ ਛਕਦਾ, ਤੈਨੂੰ ਮੌਤ ਤੋਂ ਰਹਿਤ ਕਰ ਦੂਗਾ, ਤੈਨੂੰ ਮ੍ਰਿਤੂ ਦਾ ਭੈ ਹੀ ਚੱਕਿਆ ਜਾਊਗਾ ਜੇ ਤੂੰ ਇਸ ਅੰਮ੍ਰਿਤ ਨੂੰ ਪ੍ਰਾਪਤ ਕਰੇ। ਸੋ ਨਾਮ ਹੀ ਅੰਮ੍ਰਿਤ ਹੈ, ਗੁਰਬਾਣੀ ਹੀ ਅੰਮ੍ਰਿਤ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਮਿਲ ਕੇ ਸਾਰੇ ਜੇ ਆਪਾਂ ਪੀਵਾਂਗੇ, ਇਸ ਨੂੰ ਆਨੰਦ ਨੂੰ ਮਾਣਾਂਗੇ ਤਾਂ ਸਾਡਾ ਜੀਵਨ ਸਫਲ ਹੋ ਜੂ। ਸੋ ਅੱਜ ਗੁਰੂ ਅਰਜਨ ਦੇਵ ਮਹਾਰਾਜ ਨੇ ਦੇਖੋ ਆਪਦਾ ਬਲੀਦਾਨ ਦਿੱਤਾ। ਉਹ ਕਾਹਦੇ ਲਈ ਸੀ? ਉਹ ਵੀ ਸੱਚ ਲਈ ਸੀ, ਉਹ ਵੀ ਇਸ ਗੁਰਬਾਣੀ ਦੇ ਉਪਦੇਸ਼ ਲਈ ਸੀ। ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਰਾਜ ਨੇ ਸਾਨੂੰ ਰਚ ਕੇ ਦਿੱਤੀ ਹੈ, ਅੱਜ ਇਹਨੂੰ ਸਸਤਾ ਜਿਹਾ ਨਾ ਜਾਣ ਲਈਏ। ਇਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ। ਇਸ ਗੁਰੂ ਸਾਹਿਬ ਦੀ ਰਚਨਾ ਲਈ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬੈਠਣਾ ਤੇ ਤੂੰ ਇਹਨਾਂ ਸਸਤਾ ਨਾ ਜਾਣੀ, ਸੌਖਾ ਨਾ ਜਾਣ ਲਈ ਵੀ ਚੱਲ ਜਦੋਂ ਜੀ ਕਰਿਆ ਚਲੋ ਵੀ ਮੱਥਾ ਟੇਕ ਕੇ ਆਉਂਦੇ ਆ, ਜਦੋਂ ਜੀ ਕਰਿਆ ਕੋਈ ਮਾੜਾ ਜਾ ਕੇ ਪ੍ਰੋਬਲਮ ਚਲੋ ਵੀ ਗੁਰਦੁਆਰੇ ਸੁੱਖ ਲੋ ਜਾ ਕੇ ਕੁਛ। ਅੱਜ ਜਿਹੜੀ ਸਾਡੀ ਹਾਲਤ ਹੈ ਨਾ, ਅੱਜ ਅਸੀਂ ਗੁਰੂ ਬਾਣੀ ਨੂੰ ਬਹੁਤ ਸਸਤਾ ਜਾਣ ਲਿਆ। ਟੂਣੇ ਟਾਮਣੇ ਕਰਨੇ ਨੇ ਤਾਂ ਗੁਰਬਾਣੀ ਨੂੰ ਲੈ। ਅੱਜ ਦੇ ਪੰਡਤ ਦੱਸਦੇ ਨੇ ਐਂ ਕਰ ਲਈ ਬਈ ਇੰਨਾ ਕਾ ਸ਼ਬਦ ਪੜ੍ਹ ਲਈ ਤੇਰਾ ਠੀਕ ਹੋ ਜਾਊਗਾ। ਲੈ ਪੰਡਤਾਂ ਨੇ ਦੱਸਿਆ ਸ਼ਬਦ ਪੜ੍ਹਦਾ ਫਿਰਦਾ। ਕਿਸੇ ਤਾਂਤਰਿਕ ਨੇ ਕਹਿਤਾ ਵੀ ਤੇਰਾ ਐ ਭਲਾ ਹੋ ਜੂ, ਆ ਲੈ ਗੁਰਬਾਣੀ ਦੇ ਸ਼ਬਦ ਨੂੰ ਤਵੀਤ ਵਿੱਚ ਪਾ ਕੇ ਬੰਨ ਲੈ ਆਪਦੇ ਕਰ ਲੈ। ਦੱਸ ਕਿੱਧਰ ਚੱਲੇ ਹੋਏ ਆਪਾਂ? ਕਿਸੇ ਤਾਂਤਰਿਕ ਨੇ ਦੱਸਿਆ, ਕਿਸੇ ਜਾਦੂਗਰ ਨੇ ਦੱਸਿਆ ਵੀ ਤੂੰ ਆਪਦੇ ਘਰੇ ਆਹ ਪਾਠ ਕਰਾ ਲੈ। ਵੀ ਮੈਂ ਤਾਂ ਪਾਠ ਕਰਾਉਣਾ ਕਿਉਂਕਿ ਮੈਨੂੰ ਕਿਸੇ ਜਾਦੂਗਰ ਨੇ ਦੱਸਿਆ। ਕੀ ਆ ਸਾਡੀ ਕੀ ਸ਼ਰਧਾ ਮਹਾਰਾਜ ਦੇ ਉੱਪਰ? ਦੱਸੋ ਅਸੀਂ ਕਾਹਦੇ ਸਿੱਖ?
ਉਹ ਇਸ ਗੁਰਬਾਣੀ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਤੱਤੀਆਂ ਤਵੀਆਂ ਤੇ ਬੈਠੇ ਨੇ। ਇਸ ਗੁਰਬਾਣੀ ਦੇ ਨਾਮ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਭੇਟ ਕਰਿਆ। ਇਸ ਗੁਰਬਾਣੀ ਦੇ ਲਈ ਐਡੇ ਐਡੇ ਘੱਲੂਘਾਰੇ ਹੋਏ ਨੇ। ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਈ ਭਾਈ ਮਨੀ ਸਿੰਘ ਜੀ ਨੇ ਆਪਦੇ ਬੰਦ ਕਟਾਏ ਨੇ। ਤੇ ਅੱਜ ਤੂੰ ਇੰਨਾ ਸੌਖਾ ਜਾਣ ਲਿਆ ਤੇ ਤੇਰੀਆਂ ਸੁਖਣਾ ਨੇ। ਜੇ ਤੇਰੀ ਸੁਖਣਾ ਪੂਰੀ ਹੋ ਗਈ ਤਾਂ ਤੂੰ ਗੁਰਬਾਣੀ ਪੜ੍ਹੇਗਾ। ਤੇਰੀ ਸੁਖਣਾ ਨਾ ਪੂਰੀ ਹੋ ਫਿਰ ਤੂੰ ਗੁਰਦੁਆਰੇ ਤੋਂ ਟੁੱਟ ਜਾਏਗਾ। ਜਿਹੜਾ ਮੈਂ ਕਹਿੰਦਾ ਸੌਹਾਂ ਖਾਂਦਾ ਸੁਖਣਾ ਸੁਖਦਾ ਉਹ ਗੁਰੂ ਦਾ ਸਿੱਖ ਨਹੀਂ ਕਦੇ ਹੋ ਸਕਦਾ। ਮੈਂ ਆਪਦੀ ਜ਼ਿੰਦਗੀ 'ਚ ਮੈਂ ਕਹਿੰਦਾ ਮੈਂ ਜਦੋਂ ਪਾਠ ਕਰਦਾ ਸੀ ਪਹਿਲਾਂ ਨਿਤਨੇਮ ਕਰਦਾ ਸੀ, ਮੈਂ ਉੱਠ ਕੇ ਅਰਦਾਸ ਵੀ ਨਹੀਂ ਕਰਦਾ ਸੀ ਕਦੇ ਮਹਾਰਾਜ ਨੂੰ। ਮੈਂ ਕਹਿੰਦਾ ਸੀ ਅਸੀਂ ਤਾਂ ਪੜ੍ਹਦੇ ਵੀ ਬਿਨ ਬੋਲਿਆ ਸਭ ਕੁਝ ਜਾਣਦਾ ਤੇ ਤੂੰ ਹੁਣ ਦੱਸਦਾ ਫਿਰਦਾ ਤੇ ਤੂੰ ਰੁਪਈਏ ਦੇ ਦੇ ਕੇ ਅਰਦਾਸਾਂ ਕਰਾਉਣਾ ਸਿੱਖਾਂ ਨੂੰ। ਇੱਥੇ ਆ ਦਿੱਲੀ ਜਾਇਓ ਹੁਣ ਸਾਰਿਆਂ ਤੋਂ ਵੱਧ ਉੱਥੇ ਮਰੇ ਨੇ ਉਹ ਜਿਹੜੇ ਕਰੋਨਾ ਦੇ ਨਾਲ। ਉਹਨਾਂ ਨੇ ਰੁਪਈਆਂ ਨਾਲ ਭਰ ਦੇਣੇ ਸਿੱਖਾਂ ਦੇ। ਆ ਲੈ 100 ਰੁਪਈਆ ਲੈ 50 ਰੁਪਈਆ। ਉਹ ਵਿਚਾਰੇ ਦੇ ਰੁਪਈਏ ਡਿੱਗਦੇ ਹੁੰਦੇ ਉਹ ਉਹਨਾਂ ਨੂੰ ਸਾਂਭਦਾ ਘਰ ਹੱਥ ਜੋੜੇ। ਉਹ ਇਹਦਾ ਮੁੱਲ ਖਰੀਦਦੇ ਨੇ ਰੱਬ ਨੂੰ। ਇਹਦਾ ਕਹਿੰਦੇ ਨੇ 500 ਦਾ ਰੱਬ ਮਿਲ ਜਾਂਦਾ। ਲੈ 500 ਦੇ ਦੋ ਆ ਤਾਂ 5 ਅਰਦਾਸਾਂ ਕਰ ਦੇਣਗੇ। ਵਿਚਾਰੇ ਗਰੀਬਾਂ ਦੇ ਨਾਲ ਉਹ ਕੁਛ ਹੁੰਦਾ, ਉਹ ਲੋੜਵੰਦਾਂ ਦੇ ਨਾਲ। ਉਹ ਕਹਿੰਦੇ ਵੀ ਇਹ ਤਾਂ 500 ਦੇ ਪਿੱਛੇ ਇੰਨਾ ਸਾਡੀਆਂ ਅਰਦਾਸਾਂ ਹੀ ਕਰੀ ਜਾਂਦੇ। ਅਰਦਾਸਾਂ ਤੂੰ ਮਰ ਜਾ, ਤੇਰੇ ਕੋਲੇ ਕਰੋੜਾਂ ਰੁਪਈਆ ਅਰਬਾਂ ਰੁਪਈਆ, ਤੂੰ ਵੀ 2-4 ਲੱਖ ਦੇ ਦੇ ਕਿਸੇ ਗਰੀਬ ਨੂੰ ਵੀ ਲੈ ਭਾਈ ਆ ਤੇਰਾ ਮੈਂ ਘਰ ਬਣਾ ਕੇ ਦੇਦਾ। ਉਹ ਗੱਲ ਤਾਂ ਬਣਦੀ ਹੈ ਤੇ ਪਰ ਤੂੰ ਤਾਂ ਪਰਚੂਨ ਦੇ ਵਿੱਚ ਸਾਰਾ ਕੁਝ ਖਰੀਦਣਾ ਚਾਹੁੰਦਾ। ਲਿਆ ਚੱਕ 100 ਰੁਪਈਆ ਮੇਰੀ ਅਰਦਾਸ ਕਰ ਦਿਆ, ਚੱਕ 200 ਰੁਪਈਆ ਤੂੰ ਮੇਰੀ ਅਰਦਾਸ ਕਰ। ਕਾਹਦਾ ਸਿੱਖ ਹੈ ਤੂੰ? ਕੀ ਤੇਰੇ ਅੰਦਰ ਭੈ ਹੈ ਰੱਬ ਦਾ? ਤੇਰੇ ਅੰਦਰ ਕੋਈ ਗੁਰਬਾਣੀ ਦਾ ਲਗਾਓ ਹੈ ਮਹਾਰਾਜ ਨੂੰ? ਇਹ ਜਿਹੜੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇੱਥੇ ਹੀ ਨਹੀਂ ਵੀ ਅਖੰਡ ਪਾਠ ਕਰਾ ਲਓ, ਸਹਿਜ ਪਾਠ ਦਾ ਭੋਗ ਪਾ ਲਓ ਜੀ, ਆਪਾਂ ਘਰੇ ਆਨੰਦ ਕਾਰਜ ਕਰਾ ਲਓ ਜੀ, ਇੱਥੇ ਹੀ ਬਸ ਨਹੀਂ। ਇਹ ਤਾਂ ਮਰ ਕੇ ਵੀ ਤੇਰੇ ਨਾਲ ਮਹਾਰਾਜ ਦਾ ਨਾਮ ਜਾਣਾ। ਜਿਹੜੇ ਸਿੱਖਾਂ ਨੇ ਸਰੀਰ ਤਿਆਗਦਾ, ਜਿਵੇਂ ਬਾਬਾ ਜੀ ਪਹਿਲਾਂ ਪੜ੍ਹਦੇ ਸੀ ਨਾ ਵੀ ਜਦੋਂ ਮ੍ਰਿਤਿੂ ਹੋ ਜਾਂਦੀ ਹੈ ਤੇ ਸੱਚਖੰਡ ਹੈ ਤੇ ਸਿੱਖਾ ਤੇਰੇ ਲਈ ਤਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼ ਹੋਵੇ। ਉੱਥੇ ਤੈਨੂੰ ਕਦੇ ਇਹ ਨਹੀਂ ਵੀ ਕਿਤੇ ਹੋਰ ਬਿਠਾਇਆ ਜਾਊਗਾ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਊਗਾ। ਉੱਥੇ ਵੀ ਤੈਨੂੰ ਪੋਥੀਆਂ ਮਿਲਣਗੀਆਂ ਸੱਚਖੰਡ। ਉੱਥੇ ਵੀ ਤੇਰੇ ਹੱਥ ਵਿੱਚ ਗੁਟਕੇ ਸਾਹਿਬ ਹੋਣਗੇ। ਉੱਥੇ ਵੀ ਤੂੰ ਜਪਜੀ ਸਾਹਿਬ ਸੁਖਮਨੀ ਸਾਹਿਬ ਦੇ ਪਾਠ ਕਰੇਗਾ। ਇੱਥੇ ਹੀ ਸਮਾਪਤੀ ਹੈ, ਬਸ ਇੰਨਾ ਹੀ ਬਹੁਤ ਹੈ। ਆਨੰਦ ਕਾਰਜ ਹੋਣਗੇ। ਲਓ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਲੋੜ ਹੈ ਹੁਣ। ਕਿਉਂ? ਕਿਉਂਕਿ ਸਾਡੇ ਮੁੰਡਾ ਤੇ ਕੁੜੀ ਦੇ ਆਨੰਦ ਹੋਣੇ ਨੇ। ਉਹ ਨਹੀਂ ਲੋੜ ਹੈਗੀ, ਉਹ ਤਾਂ ਮਹਾਰਾਜ ਪਰੀ ਦੇ ਹੋ ਬਸ ਤੋਂ। ਅੱਜ ਗੁਰੂ ਮਹਾਰਾਜ ਦੀ ਬੀੜ ਦੀ ਲੋੜ ਹੈ। ਸਾਡਾ ਬੁੜਾ ਮਰ ਗਿਆ, ਸਾਡੀ ਬੁੜੀ ਮਰ ਗਈ ਤਾਂ ਲੋੜ ਹੈ। ਬਸ ਇੱਥੇ ਹੀ ਗੱਲ ਹੈ, ਇੱਥੇ ਹੀ ਸਮਾਪਤੀ ਹੈ ਸਾਡੀ ਸਿੱਖ ਧਰਮ ਦੀ। ਅੱਜ ਸਾਨੂੰ ਲਾਜ ਨਾਲ ਮਰ ਜਾਣਾ ਚਾਹੀਦਾ, ਸ਼ਰਮ ਦੇ ਨਾਲ। ਸਾਡੇ ਅੰਦਰ ਕੋਈ ਨਾਮ ਦਾ ਭੈ ਨਹੀਂ, ਕੋਈ ਗੁਰਬਾਣੀ ਦਾ ਭੈ ਨਹੀਂ। ਕਿਵੇਂ ਗੁਰੂ ਮਹਾਰਾਜ ਦੇ ਸਰੂਪ ਕਦੇ ਸਮਾਂ ਮਿਲੂਗਾ ਵੀ ਅੰਮ੍ਰਿਤਸਰ ਸਾਹਿਬ ਕੀ ਸੀ, ਉੱਥੇ ਕਿਵੇਂ ਜੋਤਾਂ ਜਗਦੀਆਂ ਸੀ ਮੀਰ ਮੰਨੂ ਦੇ ਵੇਲੇ। ਉੱਥੇ ਕੌਣ ਸੀ ਜੋਤਾਂ ਜਗਾਉਂਦਾ ਜ਼ਕਰੀਆ ਖਾਨ ਦੇ ਵੇਲੇ। ਗੁਰੂ ਦੇ ਸਿੱਖਾਂ ਨੇ ਸਾਧ ਸੰਗਤ ਜੀ ਇੰਨਾ ਇਤਿਹਾਸ ਆ ਸਾਡਾ। ਹਰਿਮੰਦਰ ਸਾਹਿਬ ਦੇ ਵੀ ਜੋਤ ਜਗਾਉਣ ਲਈ ਪਤਾ ਕਿਵੇਂ ਜਾਂਦੇ ਹੁੰਦੇ ਸੀ? ਜੋਤ ਜਗਾਉਣ ਜਦੋਂ ਅੰਮ੍ਰਿਤਸਰ ਜਾਂਦੇ ਹੁੰਦੇ ਸੀ, ਕਦੇ ਉੱਥੇ ਦੇ ਇਤਿਹਾਸ ਨੂੰ ਪੜ੍ਹਿਓ। ਆਪਦਾ ਜਿਹੜਾ ਦਸਤਾਰ ਹੁੰਦੀ ਸੀ ਨਾ ਸਿਰ ਉੱਪਰ, ਇਹੋ ਜਿਹੇ ਗੁਰੂ ਦੇ ਸਿੱਖ ਸੀ ਜਿਹੜੇ ਆਪਦੇ ਢਿੰਗਲਾਂ ਚੋਂ ਜੋਤ ਜਗਾ ਕੇ ਆਪਦੇ ਸਿਰ ਉੱਪਰ ਰੱਖ ਲੈਂਦੇ ਹੁੰਦੇ ਤੇ ਚੁੱਭੀ ਮਾਰ ਕੇ ਸਰੋਵਰ ਦੇ ਵਿੱਚ ਦੀ ਆਹ ਜੋਤ ਉੱਪਰ ਹੁੰਦੀ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਜੋਤ ਲਾ ਕੇ ਆਉਂਦੇ ਚੁੱਭੀ ਮਾਰ ਕੇ ਜਲ ਦੇ ਵਿੱਚ ਦੀ ਜਾਂਦੇ ਹੁੰਦੇ ਤੇ ਜੋਤ ਲਾ ਕੇ ਫਿਰ ਉੱਥੇ ਕਈ ਸਿੱਖਾਂ ਨੇ ਉੱਥੇ ਆਪਦਾ ਸਰੀਰ ਦਾ ਵੀ ਬਲੀਦਾਨ ਦਿੱਤਾ। ਜਦੋਂ ਪਤਾ ਲੱਗਦਾ ਸੀ ਨਾ ਜ਼ਕਰੀਆ ਖਾਨ ਦੀਆਂ ਫੌਜਾਂ ਨੂੰ ਮੱਸੇ ਰੰਗੜ ਵੇਲੇ ਕੀ ਕੁਛ ਹੋਇਆ ਸੀ। ਅੱਜ ਆਪਾਂ ਜਿਨ੍ਹਾਂ ਕੋ ਵੀ 84 ਦੇ ਵਿੱਚ ਹੀ ਸਭ ਕੁਛ ਹੋਇਆ ਤਾਂ ਹੁੰਦਾ ਹੀ ਆ। ਸੱਚ ਧਰਮ ਤੇ ਚੱਲਣ ਵਾਲਿਆਂ ਲਈ ਪਤਾ ਨਹੀਂ ਕਿੰਨੀਆਂ ਮੁਸੀਬਤਾਂ ਨੇ, ਕਿੰਨੇ ਦੁੱਖ ਝੱਲਣੇ ਪੈਂਦੇ ਨੇ ਤੇ ਬਹੁਤ ਔਖੀ
ਹੈ ਵੀ ਮਹਾਂਪੁਰਖਾਂ ਨੇ ਕਦੇ ਪੜਾਉਣਾ ਉਹ ਪੜ੍ਹ ਵੀ ਲਈਏ, ਨਾਲ ਆਪਾਂ ਯਾਦ ਕਰਦੇ ਚੱਲਦੇ ਹਾਂ। ਕੀ ਕਹਿੰਦੇ ਵੀ ਮਹਾਰਾਜ ਪੜ੍ਹਿਓ ਪ੍ਰੇਮ ਦੇ ਨਾਲ, ਆਓ ਜਪਿਓ ਸਾਰੇ। ਇਹ ਪ੍ਰਾਰਥਨਾ ਸਮੇਂ ਤੋਂ ਮਹਾਂਪੁਰਸ਼ ਪੜ੍ਹਦੇ ਆਏ ਹੋ। ਸਿੱਖਾ ਸਿੱਖ ਨਿਭਾਉਣ ਦੀਆਂ ਮੰਜ਼ਲਾਂ ਮੇ ਦੂਰ ਭੁੱਲ